प्रोग्राम गुरमुत ज्ञान लाइव ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਮਨਦੀਪ ਸਿੰਘ ਵੱਲੋਂ ਸਵਾਗਤ ਹੈ। ਹਰ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਆਪ ਜੀ ਨੂੰ ਗੁਰਮਤ ਸੰਬੰਧੀ ਅਤੇ ਗੁਰਬਾਣੀ ਸੰਬੰਧੀ ਸੇਧ ਦੇਣਗੇ। ਗਿਆਨੀ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਗਿਆਨੀ ਜੀ ਫਤਿਹ ਸਾਂਝੀ ਕਰਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫਤੇ ਤੱਕ ਗਿਆਨੀ ਜੀ ਨੇ ਪੌੜੀ ਰਾਤੀ ਰੁੱਤੀ ਥਿੱਤੀ ਵਾਰ इसके जो आखिरी अर्थ हैं ते व्याकरण की जो सेध सी वो दी। इस हफ्ते इस प्रोग्राम की आरंभता असी अगली पौड़ी धर्म खंड का इहो धर्म ज्ञान खंड का आखो करम इस तो करते हैं जी। गुरु सवारी साध संगत, जिमें कि पिछली पौड़ी की विचार करन समय दास ने गुरु की बख्शी हुई तुच्छ बुद्धि अनुसार ये गल आप जी नाल सांझी करन दा यतन किया कि उस वाहिगुरु अकाल पुरख ने रातां बनाईयां, रुतां बनाईयां, थितां ते वार बनाए। इस सारी रचना दे अंदर पवन, पानी, अग्नि, पाताल भी बनाए और इस सारे कुछ दे अंदर ਜਿਹੜੀ ਧਰਤੀ ਹੈ ਉਸ ਨੂੰ ਧਰਮਸਾਲ ਬਣਾਇਆ, ਧਰਮ ਕਮਾਉਣ ਦੀ ਜਗ੍ਹਾ ਬਣਾਈ। ਹੁਣ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਦਿੱਤੇ ਹੋਏ ਉਪਦੇਸ਼ ਨੂੰ ਮੰਨ ਕੇ ਆਪਣੇ ਫਰਜ਼ ਨੂੰ ਨਿਭਾਇਆ, ਆਪਣੀ ਡਿਊਟੀ ਨੂੰ ਸਮਝਾਇਆ, ਤਾਂ ਉਹਨਾਂ ਨੂੰ ਇਹ ਸੋਝੀ ਪ੍ਰਾਪਤ ਹੋਈ ਕਿ ਉਸ ਪਰਮਾਤਮਾ ਨੇ ਅਨੇਕਾਂ ਹੀ ਜੀਵ ਜਿਨ੍ਹਾਂ ਦੇ ਵੱਖ-ਵੱਖ ਰੂਪ ਰੰਗ ਹਨ, ਨਾਮ ਹਨ, ਬਣਾਏ ਹਨ ਔਰ ਉਹਨਾਂ ਜੀਵਾਂ ਤੇ ਉਹਨਾਂ ਦੇ ਨਾਮਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਨਾਲ ਹੀ ਇਹ ਗੱਲ ਸਮਝਾਈ ਕਿ ਕਰਮੀ ਕਰਮੀ ਹੋਏ ਵਿਚਾਰ, ਹਰ ਜੀਵ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਵਿਚਾਰ ਕੀਤੀ ਜਾਏਗੀ ਔਰ ਨਾਲ ਇਹ ਵੀ ਤਸੱਲੀ ਦਿੱਤੀ ਕਿ ਸੱਚਾ ਆਪ ਸੱਚਾ ਦਰਬਾਰ, ਉਹ ਵਾਹਿਗੁਰੂ ਅਕਾਲ ਪੁਰਖ ਆਪ ਵੀ ਸੱਚਾ ਹੈ ਤੇ ਉਹਦਾ ਦਰਬਾਰ ਵੀ ਸੱਚਾ ਹੈ। ਉੱਥੇ ਇਨਸਾਫ ਵੀ ਠੀਕ ਹੁੰਦਾ ਹੈ ਔਰ ਤਿੱਥੇ ਸੋਹਣ ਪੰਜ ਪਰਵਾਨ ਉੱਥੇ ਸ਼ੋਭਦੇ ਹਨ, ਸੁਭਾਏਮਾਨ ਹੁੰਦੇ ਹਨ। ਉਹਨਾਂ ਨੂੰ ਉੱਥੇ ਆਦਰ ਅਤੇ ਸਤਿਕਾਰ ਮਿਲਦਾ ਹੈ ਜੋ ਪੰਜ ਹਨ, ਜਿਨ੍ਹਾਂ ਦਾ ਜ਼ਿਕਰ ਅਸੀਂ 15ਵੀਂ ਪੌੜੀ ਵਿੱਚ ਤਥਾ ਪੰਜ ਪਰਵਾਨ ਵਾਲੀ ਪੌੜੀ ਵਿੱਚ ਕਰ ਚੁੱਕੇ ਹਾਂ। ਫਿਰ ਮਹਾਰਾਜ ਕਹਿੰਦੇ ਨੇ ਜਿਹੜੇ ਪੰਜ ਹਨ, ਜਿਹੜੇ ਸੁਣਦੇ ਹਨ, ਮੰਨਦੇ ਹਨ, ਕਮਾਈ ਕਰਦੇ ਨੇ, ਉਹਨਾਂ ਦੇ ਉੱਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਦਾ ਨਿਸ਼ਾਨ ਪੈ ਜਾਂਦਾ, ਮੋਹਰ ਲੱਗ ਜਾਂਦੀ ਹੈ। ਪਰ ਫਿਰ ਵੀ ਇਸ ਸੰਸਾਰ ਦੇ ਅੰਦਰ ਕੋਈ ਮਨੁੱਖ ਆਪਣੇ ਆਪ ਆਪਣੇ ਮੂੰਹ ਤੋਂ ਕਹੇ ਫਲਾਣਾ ਕੱਚਾ ਹੈ ਮੈਂ ਪੱਕਾ ਹਾਂ, ਨਹੀਂ ਨਹੀਂ, ਕੱਚ ਪਕਾਈ ਉੱਥੇ ਪਾਏ, ਨਾਨਕ ਗਏ ਹਾਂ ਜਾਪੇ ਜਾਏ। ਉਸ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਵਿੱਚ ਜਾ ਕੇ ਪਤਾ ਲੱਗੇਗਾ ਕੌਣ ਕੱਚਾ ਹੈ ਤੇ ਕੌਣ ਪੱਕਾ। ਇਸ ਗੱਲ ਦਾ ਇੱਥੇ ਕੋਈ ਨਿਰਣਾ ਨਹੀਂ ਕੀਤਾ ਜਾ ਸਕਦਾ। ਇਸ ਪੌੜੀ ਦੀ ਵਿਚਾਰ ਅਸੀਂ ਪਿਛਲੇ ਹਫਤੇ ਕੀਤੀ, ਹੁਣ ਅਸੀਂ ਅੱਗੇ ਚੱਲਦੇ ਹਾਂ। महाराज फरमांदे ने धर्म खंड का हो धर्म। समझ आ गई कि धर्मसाल का अर्थ की है, धरती कादे लई है और धर्म खंड विच की करना है, तथा धर्म खंड के जो नेम हैं, जो फर्ज हैं, जो ड्यूटियां हैं, तथा जो परमात्मा ने मर्यादा बनाई है ਉਹਦੀ ਸਾਨੂੰ ਸੋਝੀ ਆ ਗਈ। ਹੁਣ ਇਸ ਤੋਂ ਅਗਲੀ ਸਟੇਜ ਹੈ ਜਿਸ ਨੂੰ ਕਹਿੰਦੇ ਨੇ ਗਿਆਨ ਖੰਡ। ਗਿਆਨ ਦੇ ਆਖਰੀ ਅਰਥ ਹਨ ਜਾਣਨਾ, ਨੌਲੇਜ ਹੋ ਜਾਣੀ, ਸੋਝੀ ਪੈ ਜਾਣੀ। ਸੱਚਮੁੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ, ਜਾਂ ਕਰਨੀ ਤਾਂ ਪੂਰੀ ਮਤ, ਕਰਨੀ ਬਾਝੋਂ ਘਟੇ ਘਟ, ਸਭਨਾ ਕਾ ਦਰ ਲੇਖਾ ਹੋਏ, करनी बाजों तरे न कोय।
ਬਹੁਤ ਸਾਰੇ ਲੋਕ ਕਥਨੀ ਕਰਦੇ ਹਨ ਪਰ ਕਰਨੀ ਨਹੀਂ ਹੈ। ਇਸੇ ਲਈ ਕਿਸੇ ਸਿਆਣੇ ਮਨੁੱਖ ਨੇ ਕਿਹਾ ਹੈ, ਆਲਮ ਤੇ ਦੁਨੀਆ ਵਿੱਚ ਬਹੁਤ ਨੇ। ਆਲਮ ਕਹਿੰਦੇ ਹਨ ਉਹਨਾਂ ਨੂੰ ਜਿਨ੍ਹਾਂ ਨੂੰ ਇਲਮ ਆਉਂਦਾ ਹੈ, ਜਿਹੜੇ ਬਹੁਤ ਪੜ੍ਹੇ ਲਿਖੇ ਨੇ, ਜਿਨ੍ਹਾਂ ਕੋਲ ਡਿਗਰੀਆਂ ਬਹੁਤ ਨੇ, ਪਰ ਆਮਲ ਬੜੇ ਘੱਟ ਨੇ। ਆਮਲ ਦਾ ਅਰਥ ਹੈ ਜਿਨ੍ਹਾਂ ਦਾ ਜੀਵਨ ਅਮਲੀ ਹੈ, ਪ੍ਰੈਕਟੀਕਲ ਹੈ। ਤੋਂ ਹੁਣ ਧਰਮ ਖੰਡ ਤੋਂ ਬਾਅਦ ਮਨੁੱਖ ਦਾ ਗਿਆਨ ਬੜਾ ਵਿਸ਼ਾਲ ਹੋ ਜਾਂਦਾ, ਉਸ ਦੀ ਸੋਝੀ, ਉਸ ਦੀ ਨੌਲੇਜ, ਉਸ ਦੀ ਪਰਮਾਤਮਾ ਦੀ ਰਚਨਾ ਪ੍ਰਤੀ ਜਾਣਕਾਰੀ ਬਹੁਤ ਵਿਸ਼ਾਲ ਹੋ ਜਾਂਦੀ। ਤੋ ਗੁਰਦੇਵ ਆਪ ਹੀ ਪ੍ਰਸ਼ਨ ਕਰਦੇ ਨੇ, ਭਾਈ ਧਰਮ ਖੰਡ ਕਾ ਇਹੋ ਧਰਮ। ਹੁਣ ਬਹੁਤ ਸਾਰੇ ਵੀਰ ਪਾਠ ਕਰਨ ਵਾਲੇ ਈੜੀ ਨੂੰ ਸਿਆਰੀ, ਹਾਏ ਨੂੰ ਔਂਕੜ ਵੀ ਇਹੋ ਪੜ੍ਹਦੇ ਨੇ, ਈੜੀ ਨੂੰ ਏ ਲਾਵਾਂ, ਹਾਏ ਨੂੰ ਔਂਕੜ ਵੀ ਇਹੋ ਪੜ੍ਹਦੇ ਨੇ। ਤੇ ਜਿੱਥੇ ਈੜੀ ਨੂੰ ਏ ਲਾਵਾਂ, ਹਾਏ ਨੂੰ ਹੋ ਹੋੜਾ, ਇੱਥੇ ਤਾਂ ਇਹੋ ਪੜ੍ਹਨਾ ਹੀ ਹੈ। ਤਾਂ ਤੁਸੀਂ ਆਖੋਗੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ, ਜਿੱਥੇ ਈੜੀ ਨੂੰ ਸਿਆਰੀ ਤੇ ਹਾਏ ਨੂੰ ਔਂਕੜ ਹੈ, ਉਹਨੂੰ ਇਹੋ ਨਹੀਂ ਪੜ੍ਹਨਾ, ਉਹਨੂੰ ਇਹ ਪੜ੍ਹਨਾ। ਜਿੱਥੇ ਈੜੀ ਨੂੰ ਏ ਲਾਵਾਂ, ਹਾਏ ਨੂੰ ਹੋ ਔਂਕੜਾ, ਉੱਥੇ ਉਸਨੂੰ ਇਹ ਲੇਖਾ ਲਿਖ ਜਾਣਾ ਕੋਈ। ਪਰ ਜਿੱਥੇ ਇਹੋ ਪੜ੍ਹਨਾ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹੋ ਨਿਯਮ ਹੈ ਕਿ ਉੱਥੇ ਹਾਏ ਨੂੰ ਹੋੜਾ ਲੱਗਾ ਹੋਇਆ। ਇਹ ਹੈ ਉਚਾਰਨ ਸੰਬੰਧੀ ਸੇਧ। ਔਰ ਇੱਥੋਂ ਅਸੀਂ ਅਗਵਾਈ ਲੈਣੀ ਹੈ, ਕਿਸੇ ਨਾਲ ਝਗੜਾ ਨਹੀਂ ਕਰਨਾ, ਕਿਸੇ ਨਾਲ ਕੋਈ ਬਹਿਸ ਮਵੈਸਾ ਨਹੀਂ ਕਰਨਾ। ਜੋ ਅਗਵਾਈ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੈਣੀ ਹੈ। ਧਰਮ ਖੰਡ ਕਾ ਇਹੋ ਧਰਮ, ਇਹ ਗੱਲ ਚੰਗੀ ਤਰ੍ਹਾਂ ਰਿੜਕੀ ਜਾ ਚੁੱਕੀ ਹੈ ਕਿ ਧਰਮ ਖੰਡ ਦਾ ਇਹ ਧਰਮ ਹੈ, ਇਹ ਨੇਮ ਹੈ, ਇਹ ਫਰਜ਼ ਹੈ, ਡਿਊਟੀ। ਹੁਣ ਪਾਤਸ਼ਾਹ ਕਹਿੰਦੇ ਨੇ, ਗਿਆਨ ਖੰਡ ਕਾ ਆਖੋ ਕਰਮ। ਗਿਆਨ ਖੰਡ ਦੇ ਵਰਤਾਰੇ ਬਾਰੇ ਦੱਸਣਾ ਕਰੋ, ਕਿਉਂਕਿ ਜਦੋਂ ਕਿਸੇ ਨੂੰ ਗਿਆਨ ਹੋ ਗਿਆ, ਜਾਣਕਾਰੀ ਹੋ ਗਈ, ਇੰਨਾ ਫਰਕ ਹੈ ਜਿਤਨਾ ਹਨੇਰੇ ਅਤੇ ਚਾਨਣ ਦਾ। ਜਦੋਂ ਅੰਧੇਰਾ ਹੁੰਦਾ ਹੈ, ਅਸੀਂ ਠੋਕਰਾਂ ਖਾਂਦੇ ਹਾਂ, ਸਾਨੂੰ ਰਸਤੇ ਦਾ ਪਤਾ ਨਹੀਂ ਕਿੱਧਰ ਜਾਣਾ, ਕਿੱਧਰ ਨਹੀਂ ਜਾਣਾ। ਪਰ ਜਦੋਂ ਗਿਆਨ ਹੋ ਜਾਂਦਾ, ਸਾਡੇ ਮੂੰਹੋਂ ਸਹਿਜੇ ਨਿਕਲਦਾ ਹੈ, ਹੁਣ ਮੈਨੂੰ ਚਾਨਣ ਹੋ ਗਿਆ, ਹੁਣ ਮੈਨੂੰ ਪਤਾ ਲੱਗ ਗਿਆ, ਹੁਣ ਮੈਂ ਜਾਣ ਗਿਆ ਹਾਂ। ਔਰ ਇਸੇ ਲਈ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਹੈ, ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਮੈਂ ਜਿਤਨਾ ਵੀ ਸੌਖੇ ਤੋਂ ਸੌਖਾ ਕਰਕੇ ਸਮਝਾ ਸਕਦਾ, ਜਿੰਨੀ ਕੁ ਮੈਨੂੰ ਸਮਝ ਆਈ ਹੈ, ਉਹ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਪਾਤਸ਼ਾਹ ਕਹਿੰਦੇ ਨੇ, ਇੱਕ ਨਿਯਮ ਹੈ ਕਿ ਜਿਤਨੇ ਫਲਦਾਰ ਦਰਖਤ ਨੇ, ਪਹਿਲਾਂ ਉਹਨਾਂ ਨੂੰ ਫੁੱਲ ਆਉਂਦੇ ਹਨ, ਔਰ ਫੁੱਲਾਂ ਤੋਂ ਬਾਅਦ ਫਲ ਬਣਦੇ ਹਨ। ਜਦੋਂ ਫਲ ਬਣਦੇ ਹਨ ਤੇ ਫੁੱਲ ਝੜ ਜਾਂਦੇ ਹਨ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮੈ ਨਾਸ। ਉਹ ਜਿਹੜੀ ਪਹਿਲੀ ਸਟੇਜ ਹੈ, ਉਹ ਆਪਣੇ ਆਪ ਹੀ ਪਿੱਛੇ ਰਹਿ ਜਾਂਦੀ। ਜਿਵੇਂ ਅਸੀਂ ਛੋਟੇ ਬੱਚੇ ਹੁੰਦਿਆਂ ਸਕੂਲ ਪੜ੍ਹਨ ਜਾਂਦੇ, ਫੱਟੀ ਲੈ ਕੇ ਜਾਂਦੇ, ਬਸਤਾ ਲੈ ਕੇ ਜਾਂਦੇ, ਦੁਆਤ ਲੈ ਕੇ ਜਾਂਦੇ, ਇਹ ਪਹਿਲੀ ਸਟੇਜ ਸੀ। ਪਰ ਜਦੋਂ ਹਾਈ ਸਕੂਲ ਵਿੱਚ ਪਹੁੰਚ ਕੇ ਸਾਰਾ ਕੁਝ ਬਦਲ ਗਿਆ, ਜਦੋਂ ਕਾਲਜ ਵਿੱਚ ਪਹੁੰਚ ਕੇ ਸਾਰਾ ਕੁਝ ਬਦਲ ਗਿਆ, ਛੁੱਟ ਗਿਆ। ਹੁਣ ਤੇ ਕਾਲਜੀਏਟ ਬੱਚੇ ਬੱਚੀਆਂ, ਵਿਦਿਆਰਥੀ ਵਿਦਿਆਰਥਣਾਂ ਇੱਕ ਪੈਨ ਇੱਕ ਕਾਪੀ ਲੈ ਕੇ ਜਾਂਦੇ ਨੇ। ਕੋਈ ਆਖੇ ਜੀ ਹੁਣ ਬਸਤਾ ਕਿਉਂ ਨਹੀਂ, ਹੁਣ ਕਲਮ ਦੁਆਤ ਕਿਉਂ ਨਹੀਂ? ਇੱਕ ਅਵਸਥਾ ਹੈ। ਇਨ ਬਿਨ ਇਸੇ ਤਰ੍ਹਾਂ ਜਦੋਂ ਕੋਈ ਧਰਮ ਕਮਾਉਂਦਾ ਹੈ, ਆਪਣੇ ਫਰਜ਼ ਤੇ ਪੂਰਾ ਉਤਰਦਾ, ਉਹਨੂੰ ਗਿਆਨ ਹੋ ਜਾਂਦਾ। ਤੇ ਮਹਾਰਾਜ ਕਹਿੰਦੇ ਨੇ, ਗਿਆਨ ਖੰਡ ਕਾ ਆਖੋ ਕਰਮ। ਹੁਣ ਗਿਆਨ ਖੰਡ ਦਾ ਵਰਤਾਰਾ ਦੱਸੋ ਸਾਨੂੰ, ਵੀ ਗਿਆਨ ਖੰਡ ਵਿੱਚ ਉਸ ਅਵਸਥਾ ਵਿੱਚ ਪਹੁੰਚ ਕੇ ਕੀ ਹੁੰਦਾ ਹੈ। ਤਾਂ ਮਹਾਰਾਜ ਦੱਸਣ ਦੀ ਕਿਰਪਾ ਕਰਦੇ ਹਨ, ਕੀਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਅੱਜ ਤੇ ਅਸੀਂ ਕਹਿੰਦੇ ਹਾਂ ਕਿ ਪਵਨ ਇੱਕ ਹੈ, ਬਸੰਤਰ ਇੱਕ ਹੈ, ਪਾਣੀ ਇੱਕ ਹੈ। ਨਹੀਂ, ਹਵਾ ਕਈ ਤਰ੍ਹਾਂ ਦੀ ਹੈ, ਕਿਧਰੇ ਤੱਤੀ ਹੈ, ਕਿਧਰੇ ਠੰਡੀ ਹੈ, ਕਿਧਰੇ ਸਿੱਲੀ ਹੈ, ਕਿਧਰੇ ਹੌਲੀ ਹੈ, ਕਿਧਰੇ ਭਾਰੀ ਹੈ।
ਇਸੇ ਤਰ੍ਹਾਂ ਪਾਣੀ ਕਿਧਰੇ ਮਿੱਠਾ ਹੈ, ਕਿਧਰੇ ਖਾਰਾ ਹੈ, ਕਿਧਰੇ ਡੂੰਘਾ ਹੈ, ਕਿਧਰੇ ਉੱਪਰ ਹੈ। ਪਾਣੀ ਦੀਆਂ ਕਈ ਕਿਸਮਾਂ ਨੇ। ਕਈ ਜਗ੍ਹਾ ਤੇ ਪਾਣੀ ਵਿੱਚ ਕਈ ਹੋਰ ਧਾਤੂਆਂ ਨੇ, ਦੂਜੀ ਜਗ੍ਹਾ ਤੇ ਨਹੀਂ ਹੈਗੀ। ਮੈਨੂੰ ਇੱਕ ਦਫਾ ਦੀ ਘਟਨਾ ਯਾਦ ਹੈ। ਦੇਹਰਾਦੂਨ ਦੇ ਨੇੜੇ ਇੱਕ ਜਗ੍ਹਾ ਹੈ, ਮਨਸੂਰੀ ਨੂੰ ਜਾਂਦੇ ਆ ਰਸਤੇ ਵਿੱਚ, ਉਸ ਨੂੰ ਸੈਸਰ ਧਾਰਾ ਕਹਿੰਦੇ ਆ। ਮੈਂ ਆਪਣੇ ਪਰਿਵਾਰ ਸਮੇਤ ਉੱਥੇ ਗਿਆ, ਮਾਤਾ ਜੀ ਨਾਲ ਸਨ। ਤੋ ਜਿਨ੍ਹਾਂ ਦੇ ਘਰ ਅਸੀਂ ਠਹਿਰੇ ਸੀ, ਮੇਰੇ ਤਾਇਆ ਜੀ ਦੇ ਲੜਕੇ, ਉਹਨਾਂ ਨੇ ਬਹੁਤ ਸਾਰੇ ਪ੍ਰਸ਼ਾਦੇ ਬਣਾਤੇ। ਅਸੀਂ ਆਖਿਆ ਜੀ ਤੇ ਦੋ ਪ੍ਰਸ਼ਾਦੇ ਛਕਣ ਵਾਲੇ। ਕਹਿੰਦੇ ਨਹੀਂ ਨਹੀਂ, ਇਹ ਥੋੜੇ ਰਹਿਣਗੇ। ਅਸੀਂ ਆਖਿਆ ਪਤਾ ਨਹੀਂ ਕੀ ਹੋਵੇਗਾ। ਜਦੋਂ ਉੱਥੇ ਗਏ, ਉੱਥੇ ਗੰਧਕ ਵਾਲਾ ਚਸ਼ਮਾ ਸੀ, ਜਿਸ ਪਾਣੀ ਵਿੱਚ ਗੰਧਕ ਕੁਦਰਤੀ ਤੌਰ ਤੇ ਮਿਲੀ ਹੋਈ ਆਉਂਦੀ ਸੀ। ਅਸੀਂ ਇਸ਼ਨਾਨ ਕੀਤਾ, ਉਹ ਜਲ ਵੀ ਛਕਿਆ। ਬਸ ਜਲ ਛਕਣ ਦੀ ਦੇਰੀ ਸੀ, ਭੁੱਖ ਦੂਣ ਸਵਾਈ ਹੋ ਗਈ। ਉਹ ਸਾਰੇ ਪ੍ਰਸ਼ਾਦੇ ਛਕ ਲਏ, ਫਿਰ ਨਹਾਉਣ ਚਲੇ ਗਏ। ਪਤਾ ਨਹੀਂ ਕਿੰਨਾ ਕੁਝ ਖਾ ਗਏ। ਇਹਦਾ ਮਤਲਬ ਇਸ ਪਾਣੀ ਦੀਆਂ ਕਿਸਮਾਂ ਵੱਖ-ਵੱਖ ਨੇ। ਮਹਾਰਾਜ ਕਹਿੰਦੇ ਨੇ ਫਿਰ ਜਦੋਂ ਬੰਦੇ ਨੂੰ ਗਿਆਨ ਵੱਧਦਾ ਹੈ, ਉਹਦੀ ਨੌਲੇਜ ਬੇਸ਼ਾਲ ਹੋ ਜਾਂਦੀ। ਕੇਤੇ ਪਵਨ ਪਾਣੀ ਵਹਿ ਸੰਤਰ, ਕੇਤੇ ਕਾਨ ਮਹੇਸ਼। ਕਿਤਨੇ ਹੀ ਕ੍ਰਿਸ਼ਨ ਹਨ, ਕਿਤਨੇ ਹੀ ਸ਼ਿਵ ਜੀ ਹਨ, ਕੋਈ ਅੰਤ ਨਹੀਂ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿਉਂਕਿ ਸਾਡਾ ਇੱਕ ਅਵਸਥਾ ਹੁੰਦੀ ਹੈ ਖੂਹ ਦੇ ਡੱਡੂ ਵਾਲੀ, ਇੱਕ ਅਵਸਥਾ ਹੈ ਸਮੁੰਦਰ ਵਿੱਚ ਰਹਿਣ ਵਾਲੇ ਡੱਡੂ ਵਾਲੀ। ਆਮ ਮਿਸਾਲ ਅਸੀਂ ਸੁਣਾਇਆ ਕਰਦੇ ਸੁਣਦੇ ਹਾਂ ਬਈ ਕਿਸੇ ਸਮੁੰਦਰ ਦੇ ਵਿੱਚ ਰਹਿਣ ਵਾਲੇ ਡੱਡੂ ਨੇ ਖੂਹ ਵਾਲੇ ਡੱਡੂ ਨੂੰ ਆਖਿਆ, ਕਿੱਥੇ ਤੂੰ ਖੂਹ ਵਿੱਚ ਬੈਠਾ ਹੋਇਆ, ਆ ਤੈਨੂੰ ਸਮੁੰਦਰ ਵਿਖਾ ਕੇ ਲਿਆਵਾਂ। ਉਹਨੇ ਛੜਪਾ ਮਾਰਿਆ, ਕਹਿਣ ਲੱਗਾ ਇਤਨਾ ਕੁ ਵੱਡਾ ਹੈ ਸਮੁੰਦਰ। ਉਹਨੇ ਆਖਿਆ ਨਹੀਂ, ਉਹ ਬਹੁਤ ਵੱਡਾ। ਉਹਨੇ ਇੱਕ ਹੋਰ ਛਾਲ ਮਾਰ ਦਿੱਤੀ, ਕਹਿੰਦਾ ਇਤਨਾ ਵੱਡਾ ਹੈ, ਕਹਿੰਦਾ ਨਹੀਂ, ਉਹ ਬਹੁਤ ਵੱਡਾ ਹੈ। ਹੁਣ ਕਿੱਥੇ ਖੂਹ, ਕਿੱਥੇ ਸਮੁੰਦਰ। ਸੱਚਮੁੱਚ ਇਹ ਅਵਸਥਾ ਹੈ। ਕਦੇ ਮਨੁੱਖ ਦੀ ਸੋਚ ਬੜੀ ਸੀਮਤ, ਬੜੀ ਸੰਕੀਰਨ, ਬੜੀ ਛੋਟੀ ਹੁੰਦੀ ਹੈ, ਪਰ ਜਦੋਂ ਉਸ ਨੂੰ ਗਿਆਨ ਹੋ ਜਾਂਦਾ ਹੈ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਫਿਰ ਉਸ ਦਾ ਪਰਿਵਾਰ ਵੀ ਵੱਧ ਜਾਂਦਾ ਹੈ, ਫਿਰ ਉਸ ਦੇ ਮਿੱਤਰ ਪਿਆਰਿਆਂ ਦੀ ਗਿਣਤੀ ਵੀ ਵੱਧ ਜਾਂਦੀ ਹੈ, ਫਿਰ ਉਸ ਨੂੰ ਸਾਰਾ ਸੰਸਾਰ ਹੀ ਆਪਣਾ ਨਜ਼ਰ ਆਉਂਦਾ। ਤੋ ਮਹਾਰਾਜ ਕਹਿੰਦੇ ਨੇ ਗਿਆਨ ਖੰਡ ਕਾਇਆ ਖੋ ਕਰਮ। ਬਈ ਗਿਆਨ ਖੰਡ ਦੀ ਗੱਲ ਮਹਾਰਾਜ ਸਾਨੂੰ ਸਮਝਾਓ, ਤਾਂ ਹੁਣ ਗੁਰੂ ਸਾਹਿਬ ਸਮਝਾਉਂਦੇ ਨੇ। ਕਹਿੰਦੇ ਕੇਤੇ ਪਵਨ ਪਾਣੀ ਬਹਿ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਘਾੜਤ ਘੜੀਆਂ। ਕੇਤੇ ਦਾ ਮਤਲਬ ਕਿਤਨੇ ਹੀ ਬ੍ਰਹਮੇ ਘਾੜਤਾਂ ਕੱਢ ਰਹੇ ਨੇ, ਰਚਨਾ ਰਚ ਰਹੇ ਨੇ। ਕਿ ਹਿੰਦੂ ਮਿਥੋਲੋਜੀ ਹੈ, ਖਿਆਲ ਹੈ ਕਿ ਬ੍ਰਹਮਾ ਸਾਰੇ ਸੰਸਾਰ ਨੂੰ ਘੜ ਰਿਹਾ, ਉਹ ਘੁਮਿਆਰ ਦੀ ਡਿਊਟੀ ਕਰ ਰਿਹਾ। ਅਸੀਂ ਨਹੀਂ ਮੰਨਦੇ। ਸਾਡਾ ਵਿਸ਼ਵਾਸ ਤੇ ਹੈ ਕਿ ਵਾਹਿਗੁਰੂ ਅਕਾਲ ਪੁਰਖ ਹੀ ਪੈਦਾ ਕਰਨ ਵਾਲਾ ਹੈ, ਉਹ ਹੀ ਪਾਲਣ ਵਾਲਾ, ਉਹ ਹੀ ਮਾਰਨ ਵਾਲਾ ਹੈ। ਪਰ ਇੱਕ ਆਮ ਖਿਆਲ ਹੈ। ਤੋ ਗੁਰੂ ਸਾਹਿਬ ਕਹਿੰਦੇ ਨੇ ਇਸ ਗਿਆਨ ਖੰਡ ਵਿੱਚ ਪਹੁੰਚ ਕੇ ਮਨੁੱਖ ਦੀ ਨੌਲੇਜ ਸੋਝੀ ਇਤਨੀ ਵੱਧ ਜਾਂਦੀ। ਕੇਤੇ ਬ੍ਰਹਮੇ ਘਾੜਤ ਘੜੀਆਂ, ਰੂਪ ਰੰਗ ਕੇ ਵੇਸ। ਜਿਹੜੇ ਉਹ ਜੀਵ ਬਣਾਉਂਦੇ ਨੇ, ਉਹਦੇ ਕਿਤਨੇ ਰੂਪ ਹਨ, ਕਿਤਨੇ ਰੰਗ ਹਨ, ਉਹਨਾਂ ਦੇ ਕਿਤਨੇ ਵੇਸ ਅਤੇ ਪਹਿਰਾਵੇ ਹਨ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ। ਪਾਠ ਕਰਨ ਲੱਗਿਆਂ ਬੜਾ ਧਿਆਨ ਰੱਖਣਾ ਹੈ। ਇੱਕ ਕੇਤਾ ਕੇਤੇ ਅੱਗੇ ਲੱਗੇਗਾ, ਕੇਤੇ ਪਿੱਛੇ ਲੱਗੇ। ਅਸੀਂ ਉਹ ਵੀ ਸਮਾਂ ਦੇਖਿਆ, ਪਾਠੀਆਂ ਦੇ ਪਾਠ ਸੁਣੇ ਨੇ, ਕੇਤੇ 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 ਇਕੱਠੇ ਕਰੀ ਜਾਂਦੇ, ਉਹਦੇ ਨਾਲ ਤੇ ਅਰਥ ਹੀ ਨਹੀਂ ਨਿਕਲ ਸਕਣਗੇ। ਇਹਨੂੰ ਜ਼ਰਾ ਧਿਆਨ ਨਾਲ ਸੁਣਨਾ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ। ਕਰਮ ਭੂਮੀ ਦਾ ਮਤਲਬ ਹੈ ਕਰਮ ਕਮਾਉਣ ਦੀ ਜਗ੍ਹਾ। ਕਿਤਨੀਆਂ ਹੀ ਧਰਤੀਆਂ ਹਨ, ਕਿਤਨੀਆਂ ਹੀ ਕਰਮ ਭੂਮੀਆਂ ਹਨ। ਲੋਕ ਅੱਜ ਖੋਜਾਂ ਕਰ ਰਹੇ ਨੇ। ਕੋਈ ਕਹਿੰਦਾ ਚੰਦਰਮਾ ਉੱਤੇ ਆ ਹੈ, ਸੂਰਜ ਉੱਤੇ ਆ ਹੈ, ਅਸੀਂ ਆ ਦੇਖਿਆ, ਉੱਥੋਂ ਮਿੱਟੀ ਲਿਆਂਦੀ, ਉੱਥੋਂ ਆ ਕੀਤਾ। ਬਾਬੇ ਨੇ ਤੇ ਪਹਿਲਾਂ ਹੀ ਕਿਹਾ ਭਾਈ ਇਹ ਬੇਅੰਤ ਹੈ ਰਚਨਾ। ਪਰ ਇਹ ਜਦੋਂ ਤੱਕ ਗਿਆਨ ਨਾ ਹੋਵੇ ਉਦੋਂ ਤੱਕ ਤੇ ਖੂਹ ਦੇ ਡੱਡੂ ਵਾਲੀ ਗੱਲ ਰਹਿੰਦੀ। ਜਦੋਂ ਗਿਆਨ ਹੋ ਜਾਂਦਾ ਫਿਰ ਸਮਝ ਆਉਂਦੀ ਹੈ ਕਿ ਤੀਆਂ ਕਰਮ ਭੂਮੀ
ਮੇਰ ਕੇਤੇ। ਹੁਣ ਮੇਰ ਅੱਖਰ ਜਿਹੜਾ ਹੈ, ਬਹੁਤੇ ਵਿਦਵਾਨ ਇਸ ਨੂੰ ਸੁਮੇਰ ਪਰਬਤ ਨਾਲ ਜੋੜਦੇ ਨੇ, ਪਰ ਆਸਾ ਕੀ ਵਾਰ ਵਿੱਚ ਮੇਰ ਸਰੀਰ ਨੂੰ ਵੀ ਕਿਹਾ ਹੈਗਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਤਬਾ। ਕਿਤਨੇ ਤਰ੍ਹਾਂ ਦੇ ਸਰੀਰ ਹਨ, ਕਿਤਨੇ ਤਰ੍ਹਾਂ ਦੇ ਲੋਕ ਹਨ, ਔਰ ਕਿਤਨੇ ਤੂੰ ਅਤੇ ਉਹਨਾਂ ਨੂੰ ਉਪਦੇਸ਼ ਕਰਨ ਵਾਲੇ ਨਾਰਦ ਹਨ, ਕੋਈ ਗਿਣਤੀ ਮਿਣਤੀ ਨਹੀਂ। ਕਿਉਂਕਿ ਤੂੰ ਨੂੰ ਉਪਦੇਸ਼ ਦਿੱਤਾ ਸੀ ਨਾਰਦ ਨੇ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਤਰੂ ਅਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜੇ ਉਠਾ ਲਿਆ, ਮਨ ਵਿੱਚ ਰੋਸ ਮਤਰੇ ਹੀ ਕੀਤਾ। ਡੱਡੋਂ ਲਿਕਾ ਮਾਂ ਪੁੱਛੇ, ਤੂੰ ਸੁਆਣੀ ਹੈ ਕਿ ਸਰੀਤਾ। ਸੁਆਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਉਦਾਸ ਹੋ ਗਿਆ ਤਰੂ, ਆਖਿਆ ਮਾਂ ਜੇ ਅੱਜ ਮੈਨੂੰ ਪਿਤਾ ਦੀ ਗੋਦ ਵਿੱਚੋਂ ਮਤਰੇਈ ਨੇ ਉਠਾ ਦਿੱਤਾ, ਕੱਲ ਮੈਨੂੰ ਰਾਜ ਕਿੱਥੋਂ ਮਿਲੇਗਾ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਸਿਆਣੀ ਮਾਂ ਨੇ ਆਖਿਆ ਪੁੱਤਰ ਮੈਂ ਹਾਂ ਤੇ ਇਸ ਰਾਜੇ ਦੀ ਰਾਣੀ, ਪਰ ਮੈਂ ਪਿਛਲੇ ਜਨਮ ਵਿੱਚ ਕਰਮ ਚੰਗੇ ਨਹੀਂ ਕੀਤੇ, ਮੈਂ ਭਗਤੀ ਨਹੀਂ ਕੀਤੀ। ਗੱਲ ਲੰਬੀ ਹੈ, ਮੈਂ ਸਿਰਫ ਧਰੂ ਭਗਤ ਵੱਲ ਇਸ਼ਾਰਾ ਕਰ ਰਿਹਾ ਕਿ ਕਿਸ ਤਰ੍ਹਾਂ ਉਸ ਨੂੰ 5 ਸਾਲਾਂ ਦੀ ਉਮਰ ਵਿੱਚ ਭਗਤੀ ਦੀ ਲਗਨ ਲੱਗੀ। ਮਾਂ ਨੇ ਆਖਿਆ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਤ ਪੁਨੀਤਾ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਜਦੋਂ ਰਾਜੇ ਨੂੰ ਪਤਾ ਲੱਗਾ ਮੇਰਾ ਪੁੱਤਰ ਅੱਜ ਦੀ ਘਟਨਾ ਤੋਂ ਉਦਾਸ ਹੋ ਕੇ ਜਾ ਰਿਹਾ, ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ। ਧਰੂ ਨੇ ਆਖਿਆ ਹਾਲੀ ਤੇ ਮੈਂ ਭਗਤੀ ਕੀਤੀ ਨਹੀਂ, ਹਾਲੀ ਤੇ ਭਗਤੀ ਕਰਨ ਲਈ ਤੁਰਿਆ ਹਾਂ, ਮੈਂ ਤਾਂ ਹੁਣ ਸੱਚਾ ਰਾਜ ਪ੍ਰਾਪਤ ਕਰ। ਨਾਰਦ ਮੁਨੇ ਉਪਦੇਸ਼ਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਮਤਲਬ ਕਹਿਣ ਤੋਂ ਕਿ ਕਿਤਨੇ ਹੀ ਧਰੂ ਹਨ, ਕਿਤਨੇ ਹੀ ਧਰੂ ਨੂੰ ਉਪਦੇਸ਼ ਕਰਨ ਵਾਲੇ ਹਨ, ਫਿਰ ਗਿਆਨ ਸਮਝ ਆ ਜਾਂਦਾ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਕਿਤਨੇ ਹੀ ਇੰਦਰ ਹਨ, ਕਿਤਨੇ ਹੀ ਚੰਦਰਮਾ ਤੇ ਸੂਰਜ ਹਨ, ਔਰ ਕਿਤਨੇ ਹੀ ਤਾਰੇ ਹਨ ਤੇ ਤਾਰਿਆਂ ਦੇ ਮੰਡਲ ਹਨ, ਤੇ ਕਿਤਨੇ ਦੇਸ਼। ਭਾਵ ਇਹ ਬੇਅੰਤ ਰਚਨਾ ਹੈ। ਆਮ ਤੌਰ ਤੇ ਮਨੁੱਖ 2-4 ਕੰਟਰੀਆਂ ਹੋ ਆਵੇ, ਆਂਦਾ ਜੀ ਮੈਂ ਸਾਰੀ ਦੁਨੀਆ ਦੇਖ ਲਈ। ਨਹੀਂ ਨਹੀਂ ਨਹੀਂ, ਸਾਰੀ ਦੁਨੀਆ ਦੇਖ ਕੇ ਵੀ ਕੁਝ ਨਹੀਂ ਦੇਖਿਆ, ਹਾਲੀ ਬੜਾ ਕੁਝ ਦੇਖਣ ਵਾਲਾ ਪਿਆ ਹੈ। ਤਾਂ ਮਤਲਬ ਕਹਿਣ ਤੋਂ ਗਿਆਨ ਦੀ ਅਵਸਥਾ ਵਿੱਚ ਫਿਰ ਉਹਦੀ ਨੌਲੇਜ ਇਤਨੀ ਵੱਧ ਜਾਂਦੀ ਹੈ। ਤੇ ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕਿਤਨੇ ਹੀ ਸਿੱਧ ਹਨ, ਕਿਤਨੇ ਹੀ ਬੁੱਧ ਬੁੱਧੀਵਾਨ ਹਨ। ਕਈ ਮਹਾਤਮਾ ਬੁੱਧ ਵੱਲ ਵੀ ਇਸ਼ਾਰਾ ਕਰਦੇ ਨੇ, ਪਰ ਗੱਲ ਤਾਂ ਹੈ ਵੀ ਕਿਤਨੀਆਂ ਬੁੱਧੀਆਂ ਦੇ ਮਾਲਕ ਹਨ, ਬੁੱਧੀਵਾਨ ਹਨ, ਕੋਈ ਅੰਤ ਨਹੀਂ ਉਹਨਾਂ ਦਾ, ਪਰੇ ਤੋਂ ਪਰੇ ਪਏ ਹਨ। ਔਰ ਕਿਤਨੇ ਨਾਥ ਹਨ, ਜਿਹੜੇ ਜੋਗੀਆਂ ਵਿੱਚ ਵੱਡੇ ਪੁੱਗੇ ਹੁੰਦੇ ਨੇ ਉਹਨਾਂ ਨੂੰ ਨਾਥ ਕਹਿ ਦਿੰਦੇ ਨੇ। ਕਿਤਨੀਆਂ ਦੇਵੀਆਂ ਤੇ ਕਿਤਨੇ ਉਹਨਾਂ ਦੇ ਵੇਸ ਪਹਿਰਾਵੇ ਹਨ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਕਿਤਨੇ ਹੀ ਦੇਵਤੇ ਹਨ, ਕਿਤਨੇ ਹੀ ਰਾਖਸ਼ ਹਨ, ਕਿਤਨੇ ਰਿਸ਼ੀ ਮੁਨੀ ਮਹਾਤਮਾ ਨੇ, ਕਿਤਨੇ ਹੀ ਉਹ ਰਤਨ ਹਨ ਤੇ ਕਿਤਨੇ ਸਮੁੰਦਰ ਹਨ। ਕਿਉਂਕਿ ਇੱਕ ਮਿਥਿਆਸ ਹੈ ਕਿ ਸਮੁੰਦਰ ਵਿੱਚੋਂ 14 ਰਤਨ ਕੱਢੇ ਗਏ, ਪਰ ਨਹੀਂ ਭਾਈ, ਇਹ ਕੋਈ ਸੀਮਾ ਨਹੀਂ ਹੈਗੀ। ਸਮੁੰਦਰ ਕਿਤਨੇ ਹਨ ਔਰ ਉਹਨਾਂ ਵਿੱਚ ਰਤਨ ਕਿਤਨੇ ਹਨ, ਇਹਦੀ ਕੋਈ ਅੰਤ ਨਹੀਂ ਹੈਗਾ। ਅਖੀਰ ਵਿੱਚ ਮਹਾਰਾਜ ਕਹਿੰਦੇ ਨੇ ਕੇਤੀਆਂ ਖਾਣੀ ਕੇਤੀਆਂ ਬਾਣੀ। ਇਹਦੀ ਵਿਚਾਰ ਪਹਿਲਾਂ ਵੀ ਹੋ ਚੁੱਕੀ ਹੈ, ਪਰ ਫਿਰ ਵੀ ਦੱਸਣੀ ਜ਼ਰੂਰੀ ਹੈ। ਖਾਣੀ ਉਸ ਨੂੰ ਕਹਿੰਦੇ ਨੇ ਜਿਹਦੇ ਵਿੱਚੋਂ ਕੋਈ ਚੀਜ਼ ਨਿਕਲਦੀ ਹੈ, ਜਿਵੇਂ ਲੋਹੇ ਦੀ ਖਾਣ, ਸੋਨੇ ਦੀ ਖਾਣ ਵਗੈਰਾ ਵਗੈਰਾ। ਇਸੇ ਤਰ੍ਹਾਂ ਸਿਆਣੇ ਲੋਕਾਂ ਨੇ ਇਹਨਾਂ ਜੀਵਾਂ ਦੀ ਰਚਨਾ ਲਈ 4 ਖਾਣੀਆਂ ਮੰਨੀਆਂ ਨੇ, ਜਿਨ੍ਹਾਂ ਦੇ ਨਾਮ ਅੰਡਜ, ਜੇਰਜ, ਸੇਤਜ, ਉਤਬੁਜ ਕਹੇ ਨੇ। ਪਰ ਇਹ ਦਾਵਾ ਨਹੀਂ ਕਿ ਇਤਨੀਆਂ ਹੀ ਹਨ, ਪਤਾ ਲੱਗ ਜਾਂਦਾ ਕਿ ਕਿਤਨੀਆਂ ਹੀ ਖਾਣੀਆਂ ਬਹੁਤ ਬੇਅੰਤ ਹਨ। ਔਰ ਸਿਆਣੇ ਲੋਕਾਂ ਨੇ 4 ਬਾਣੀਆਂ ਮਿਥ ਲਈਆਂ। ਪਰਾ, ਪਸੰਤੀ, ਮਧਮਾ, ਬੈਖਰੀ। ਜਿਹੜੀ ਹਿਰਦੇ ਵਿੱਚ ਹੈ ਪਰਾ ਹੈ, ਹੋਰ ਉੱਪਰ ਆ ਜਾਏ ਫਿਰ ਪਸੰਤੀ ਹੈ, ਫਿਰ ਬੁੱਲਾਂ ਵਿੱਚ ਆ ਜਾਏ ਮਧਮਾ ਹੈ,
ਜੋ ਮੈਂ ਪ੍ਰਗਟ ਬੋਲ ਰਿਹਾ ਇਹ ਵੈਖਰੀ, ਪਰ ਮਹਾਰਾਜ ਕਹਿੰਦੇ ਨਹੀਂ, ਇਹਦੀ ਵੀ ਕੋਈ ਸੀਮਾ ਨਹੀਂ ਹੈ। ਇਤਨਾ ਗਿਆਨ ਵੱਧ ਜਾਂਦਾ ਹੈ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਕਿਤਨੇ ਹੀ ਪਾਤਸ਼ਾਹ ਹਨ। ਨਰਿੰਦ ਕਹਿੰਦੇ ਨੇ ਨਰਾਂ ਦੇ ਇੰਦ ਰਾਜੇ, ਕਿਤਨੇ ਹੀ ਰਾਜੇ ਨੇ, ਕੋਈ ਛੋਟੇ ਛੋਟੇ ਰਾਜੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। तो अखीर भी महाराज कहते हैं भाई केतियां सुरती सेवक कहते नानक अंत न अंत। सुरती तो भाव कई विद्वान सिमरतियां लेते हैं। सुरती तो भाव बंदे दी सोझी भी है, कितनी तरह की सोझी है, कितनी उच्ची सोझी है, कितनी नीवी सोझी, और कितने ही उन्हां सुरतियां नूं धारण करने वाले मनण वाले सेवक ने। सिमरतियां का भी इत्थे हवाला होंदा, क्योंकि 27 सिमरतियां हिंदू मत विच मन्नियां ने। उन्हां सिमरतियां दी विचार जिहड़ी है एक दूजे नाल नहीं रलदी, सब वखरियां वखरियां। ते उन्हां सुरतियां दी सिक्ख्या ते अमल करन वाले सेवक भी कहते हैं केतियां सुरती सेवक कहते नानक अंत ना अंत। तो पातशाह फरमांदे ने इस अवस्था विच आके ਜਦੋਂ ਮਨੁੱਖ ਦੇ ਅੰਦਰ ਗਿਆਨ ਵੱਧਦਾ ਹੈ, ਫਿਰ ਇਹਨਾਂ ਕੁ ਜਾਣ ਕੇ ਵੀ ਉਹ ਕਹਿੰਦਾ ਪਰਮਾਤਮਾ ਦੀ ਰਚਨਾ ਦਾ ਕੋਈ ਅੰਤ ਨਹੀਂ, ਕੋਈ ਸੀਮਾ ਨਹੀਂ, ਕੋਈ ਅਖੀਰ ਨਹੀਂ। ਫਿਰ ਕੀ ਕਹਿਣਾ ਪੈਂਦਾ, ਬੇਅੰਤ ਬੇਅੰਤ ਬੇਅੰਤ। तो इस तरह महाराज ने धर्म खंड तो बाद ये ज्ञान खंड की अवस्था तक सानू पहुँचाया, क्योंकि गुरु पातशाह का आशा की है, वो सानू बहुत उच्ची टीसी ते पहुँचाना चाहते हैं। तुसीं आखोगे उच्ची टीसी किहड़ी है? वो है परमात्मा नाल इकमिक होने की टीसी अवस्था, जिहदा जिक्र गुरबाणी च बेअंत वारी कीता है। ज्यों जल में जल आए खटाना, त्यों ज्योति संग जो समाना, मिट गए गमन पाए विश्राम, नानक प्रभ कै सद कुर्बान। पर गुरु पातशाह जी बड़े सौखे तरीके नाल, पहला भाई अपना धर्म समझो, अपना फर्ज समझो। जदों अपना फर्ज अपनी ड्यूटी समझ आ जाएगी, जदों परमात्मा दे इस नेम की समझ आ जाएगी, फिर तुहानू ज्ञान हो जाएगा। ते ज्ञान की अवस्था में फिर तुसी सहजे कहोगे नानक अंत ना अंत, वो बेअंत है, वो बेअंत है। लो साध संगत, ये है इस पौड़ी की आखिरी विचार। दास यत्न कर रहा है कि ये खंडा की जो पौड़ी है इन्हों बहुत जल्दी नाल ना करे, क्योंकि बहुतियां नूं ते जपजी साहब का पाठ ही नहीं करना आंदा। खंडा की विचार समझण लई ते बहुत धीरज की लोड़ है। तो असी हौली हौली इस तरह सहज भाव नाल ये विचार करके उत्थे तक पहुँचना है जिन्हों सचखंड कहते हैं। अज इत्थे ही पौड़ी की विचार समाप्त करते हाँ। ਗਿਆਨੀ ਜੀ ਨੇ ਬੜੇ ਹੀ ਪਿਆਰ ਨਾਲ ਸਾਨੂੰ ਇਸ ਪੌੜੀ ਦੇ ਆਖਰੀ ਅਰਥ ਤੇ ਵਿਆਖਿਆਨ ਅਰਥ ਸਮਝਾਏ ਨੇ। ਹੁਣ ਸਮਾਂ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਮੁੜ ਮਿਲਦੇ ਹਾਂ ਪ੍ਰੋਗਰਾਮ ਗੁਰਮਤਿ ਗਿਆਨ ਲਾਈਵ ਵਿੱਚ।